ਦੇਖੋ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੈਡੀਕਲ ਕਾਲਜ ਉੱਥੇ ਹੀ ਬਣੇ, ਤੁਸੀਂ ਵੀ ਇਸ ਦੇ ਹੱਕ ਦੇ ਵਿੱਚ ਹੋ। ਸਮਝ ਇਹ ਆ ਰਿਹਾ ਕਿ ਐਸਜੀਪੀਸੀ ਨੂੰ ਪੁੱਛਿਆ ਨਹੀਂ ਜਾ ਰਿਹਾ, ਬਸ ਇਹੀ ਇਤਰਾਜ਼ ਹੈ ਕਿ ਆ ਕੇ ਗੱਲ ਕਰ ਲਓ, ਤੁਸੀਂ ਜ਼ਮੀਨ ਦੇ ਦੇਣੀ ਹੈ, ਕਾਲਜ ਬਣ ਜਾਣਾ, ਇਹੀ ਪ੍ਰੋਬਲਮ ਹੈ। ਇਹ ਤਾਂ ਫਿਰ ਸਿਰੇ ਵਾਲੀ ਗੱਲ ਹੋਗੀ ਕਿ ਕ੍ਰੈਡਿਟ ਸਾਨੂੰ ਨਹੀਂ ਜਾ ਰਿਹਾ ਸਾਡੀ ਜ਼ਮੀਨ। ਨਹੀਂ ਬਿਲਕੁਲ ਨਹੀਂ ਗੌਰਵ ਜੀ, ਇਹ ਗਲਤ। ਮੈਂ ਇੱਥੇ ਇੱਕ ਮਿੰਟ ਗਰਗ ਸਾਹਿਬ, ਮੈਂ ਇੱਥੇ ਤੁਹਾਡੀ ਗੱਲ ਸੁਣ ਲਈ। ਮੈਂ ਇੱਥੇ ਦੱਸਣਾ ਚਾਹੁੰਦਾ, ਤੁਸੀਂ ਸ਼ਾਇਦ ਗਲਤ ਕਹਿ ਰਹੇ ਹੋ। ਇਹਦਾ ਬਕਾਇਦਾ ਬਿਲਕੁਲ ਤੁਸੀਂ ਇਸ ਗੱਲ ਤੇ ਮੈਂ ਕਹਿਣਾ ਕਿ ਗੁਰਦੁਆਰਾ ਸਾਹਿਬ ਬਹੁਤ ਸਾਰੇ ਨਹੀਂ ਹੈਗੇ ਐਸਜੀਪੀਸੀ ਦੇ ਅੰਡਰ, ਬਿਲਕੁਲ ਸਹੀ ਹੈ ਜੀ। ਬਟ ਜਿਹੜਾ ਇਹਦਾ ਨੋਟੀਫਿਕੇਸ਼ਨ ਹੋਇਆ ਸਰਕਾਰ ਵੱਲੋਂ 1400 ਨੰਬਰ ਨੋਟੀਫਿਕੇਸ਼ਨ 4/9/1964 ਨੂੰ ਸਰਕਾਰੀ ਨੋਟੀਫਿਕੇਸ਼ਨ ਹੈ, ਇਹਨੂੰ ਪੜੋ। ਇਹ ਐਸਜੀਪੀਸੀ ਦੇ ਨਾਮ ਤੇ ਕਰਨ ਵਾਸਤੇ ਪਹਿਲੀ ਗੱਲ। ਦੂਜੀ, ਇਹਨਾਂ ਨੇ ਕਿਹਾ ਐਸਜੀਪੀਸੀ ਹਮੇਸ਼ਾ ਜਿਹੜੀ ਹੈ ਇਸ ਗੱਲ ਤੇ ਤਤਪਰ ਰਹੀ ਹੈ ਕਿ ਸੰਤ ਮਹਾਰਾਜ ਅਤਰ ਸਿੰਘ ਮਸਤੂਣਾ ਸਾਹਿਬ ਦੇ ਨਾਮ ਤੇ ਉੱਥੇ ਕਾਲਜ ਬਣੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਅਸੀਂ ਵੀ ਬਰਾਬਰ ਇਸੇ ਗੱਲ ਦਾ ਧਰਨਾ ਲਾਇਆ ਹੈ। ਬਟ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸ 16 ਕਿੱਲੇ ਜ਼ਮੀਨ, 9 ਕਿੱਲੇ ਜਿਹੜੀ 25 ਕਿੱਲੇ ਜ਼ਮੀਨ ਹੈ, 9 ਕਿੱਲੇ ਰਜਿਸਟਰੀ ਦੀ ਹੈ, 16 ਕਿੱਲੇ ਜ਼ਮੀਨ ਜਿਹੜੀ ਹੈ ਇਸ ਜ਼ਮੀਨ ਚੋਂ ਦਿੱਤੀ ਜਾ ਰਹੀ ਹੈ, ਜਿਹਦੇ ਤੇ ਸਟੇ ਹੈ। 16 ਕਿੱਲੇ ਨਹੀਂ, ਇਹ ਮਸਲਾ 180 ਕਿੱਲਿਆਂ ਦਾ ਹੈ। ਕੱਲ ਨੂੰ ਤੁਸੀਂ ਮੇਰੀ ਸੁਣੋ ਗੌਰਵ ਜੀ, ਕੱਲ ਨੂੰ ਦਰਬਾਰ ਸਾਹਿਬ ਦੇ ਨਾਂ ਤੇ ਕੋਈ ਟਰਸਟ ਬਣਾ ਕੇ ਜ਼ਮੀਨ ਦੇ ਦੂ, ਇਹਨਾਂ ਨੂੰ ਪੁੱਛੋ ਕੀ ਹੱਕ ਹੈ ਉਸ ਬੰਦਿਆਂ ਕੋਲੇ ਜਿਹੜੇ ਟਰਸਟ ਬਣਾ ਕੇ ਜ਼ਮੀਨ ਉਹਦੇ ਨਾਂ ਤੇ ਦਾਨ ਕਰਤੀ? ਕਿਹੜੀ ਅਥਾਰਟੀ ਹੈ ਉਹਨਾਂ ਕੋਲੇ? ਨਹੀਂ, ਪਰ ਦੇਖੋ ਪ੍ਰੈਸ਼ਰ ਨਾਲ ਡੀਸੀ ਤੋਂ ਕਰਵਾਇਆ ਗਿਆ। ਅਗਲੀ ਤੁਸੀਂ ਫਿਰ ਲੋਕ ਵਿਰੋਧ ਕਿਉਂ ਕਰ ਰਹੇ ਨੇ? ਧਰਨਾ ਪ੍ਰਦਰਸ਼ਨ ਹੋ ਰਹੇ ਨਾ ਸੰਗਰੂਰ ਦੇ ਵਿੱਚ। ਲੋਕ ਤਾਂ ਦੂਜੇ ਪਾਸੇ ਵੀ ਨੇ, ਲੋਕ ਤਾਂ ਦੂਜੇ ਪਾਸੇ ਵੀ ਨੇ। ਮੈਂ ਇੱਥੇ ਗੱਲ ਹੋਰ ਪੁੱਛਣੀ ਚਾਹੁੰਦਾ, ਗਰਗ ਸਾਹਿਬ ਨੂੰ ਪਤਾ ਹੋਊ। ਗਰਗ ਸਾਹਿਬ, ਇੱਕ ਉੱਥੇ ਚਿੱਠੀ ਡੀਸੀ ਸਾਹਿਬ ਨੂੰ ਦਿੱਤੀ ਗਈ ਹੈ, ਬਕਾਇਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜੀ ਗਈ ਹੈ। ਸੜਕ ਦੇ ਉੱਤੇ ਗੌਰਵ ਜੀ, ਸੜਕ ਦੇ ਉੱਤੇ 55 ਕਿੱਲੇ ਗੌਰਮੈਂਟ ਦੀ ਪ੍ਰੋਵਿੰਸ਼ੀਅਲ ਨੋਮਨੀ ਜਿਹੜੀ ਜ਼ਮੀਨ ਹੈ ਗੌਰਮੈਂਟ ਦੀ ਪਈ ਹੈ 6 ਕਿੱਲੇ ਦੇ ਫਰੰਟ ਨਾਲ। ਇਹ ਗੁਰਦੁਆਰਾ ਸਾਹਿਬ ਦੇ ਪਿੱਛੇ ਜਾ ਕੇ ਜ਼ਮੀਨ ਕਿਉਂ ਮੰਗੀ ਜਾਂਦੀ ਹੈ? ਉਹ ਸੜਕ ਦੇ ਉੱਤੇ ਪਈ ਜ਼ਮੀਨ ਕਿਉਂ ਨਹੀਂ ਲਈ ਗਈ? ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਸੜਕ ਦੇ ਉੱਤੇ ਸਰਕਾਰ ਦੀ ਜ਼ਮੀਨ ਛੋਟਾ ਰੱਖੋ ਜਵਾਬ। ਮੇਰੇ ਕੋਲ ਅੱਜ ਬਹੁਤ ਪੂਰਾ ਸਮਾਂ ਹੋਏਗਾ, ਇਸ ਕਰਕੇ ਅਸੀਂ ਦੋ ਹੀ ਮਹਿਮਾਨ ਸੱਦੇ, ਬਾਕੀ ਪੋਲੀਟੀਕਲ ਵਾਲੇ ਪਾਸੇ ਨੂੰ ਆਪਾਂ ਗਏ ਨਹੀਂ ਤਾਂ ਕਿ ਗੱਲ ਆਥੈਂਟਿਕ ਹੋ ਸਕੇ। ਸਰਕਾਰੀ ਜ਼ਮੀਨ ਕਿਉਂ ਨਹੀਂ ਲਈ? ਠੀਕ ਹੈ ਗਰਗ ਸਾਹਿਬ। ਦੇਖੋ, ਜਿਸ ਤਰੀਕੇ ਨਾਲ ਅੱਜ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਉੱਥੇ ਅਨਾਉਂਸ ਕੀਤਾ ਕਿ ਕਾਲਜ ਤੇ ਅਸੀਂ ਬਣਾਵਾਂਗੇ, ਠੀਕ ਹੈ ਨਾ, ਸਾਨੂੰ ਇਹ ਥਾਂ ਦੇ ਉੱਤੇ ਠੀਕ ਹੈ, ਸਟੇ ਦੇ ਉੱਤੇ ਤੁਸੀਂ ਲਈ ਹੋਈ ਹੈ, ਦੁਬਾਰਾ ਡੇਟ ਵੀ ਹੈਗੀ ਹੈ, ਸਟੇ ਦੇ ਉੱਤੇ ਸਟੇ ਹੈ, ਲੇਕਿਨ ਉਹ ਚ ਅੜਿੱਕਾ ਨਹੀਂ ਆਉਣ ਦਿੰਦੇ। ਜੇ ਕਿਤੇ ਹੋਰ ਜ਼ਮੀਨ ਲੈਣੀ ਪਈ ਉੱਥੇ ਵੀ ਲਵਾਂਗੇ। ਪਰ ਇੱਕ ਗੱਲ ਜਿਹੜਾ ਹੈਗਾ, ਅੱਜ ਜਿਹੜਾ ਅਕਾਲੀ ਦਲ ਦਾ ਚਿਹਰਾ ਬਿਲਕੁਲ ਉਜਾਗਰ ਹੋ ਗਿਆ, ਨੰਗਾ ਹੋ ਗਿਆ ਲੋਕਾਂ ਦੇ ਸਾਹਮਣੇ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲੋਕ ਹਿੱਤਾਂ ਦੇ ਵਿਰੁੱਧ ਜਾ ਕੇ ਪੰਜਾਬ ਜਿਹੜਾ ਲੋਕ ਹਿੱਤਾਂ ਦੇ ਵਿਰੁੱਧ ਜਾ ਕੇ ਇਹ ਹਮੇਸ਼ਾ ਵਿਕਾਸ ਨੂੰ ਲੀਹਾਂ ਤੋਂ ਉਤਾਰਨਾ ਚਾਹੁੰਦੇ ਹੈ ਔਰ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਉਹ ਮਿਲਣ। ਔਰ ਦੂਸਰੀ ਗੱਲ, ਇੱਕ ਚੀਜ਼ ਇਹ ਵੀ ਜਿਵੇਂ ਕਿ ਆਪ ਹੀ ਕੰਟਰਾਡਿਕਟਰੀ ਕਰ ਰਹੇ ਕਿ 1973 ਦਾ ਹਾਲ ਤੱਕ ਫੈਸਲਾ ਪੈਂਡਿੰਗ ਪਿਆ ਹੈ। ਇਹ ਕਾਲਜ ਜਾਨੀ ਕਿ ਐਸਜੀਪੀਸੀ ਦੇ ਅੰਡਰ ਨਹੀਂ ਹੈਗਾ। ਜੇ ਇਹ ਕਾਲਜ ਐਸਜੀਪੀਸੀ ਦੇ ਅੰਡਰ ਹੁੰਦਾ ਤਾਂ ਉੱਥੋਂ ਦੇ ਜਿਹੜੇ ਲੋਕ ਹੈਗੇ ਆ, ਉੱਥੋਂ ਦੇ ਜਿਹੜੇ ਲੋਕ ਹੈਗੇ ਆ, ਬਸ਼ਿੰਦਾ ਹੈਗੇ, ਸਾਡੇ ਤੋਂ ਜ਼ਿਆਦਾ ਜਾਣਦੇ ਆ, ਤਾਂ ਉਹ ਧਰਨਾ ਲਾ ਕੇ ਨਾ ਬੈਠਦੇ। ਔਰ ਦੂਸਰੀ ਗੱਲ, ਇੱਕ ਬੰਨੇ ਤੁਸੀਂ ਕਹਿੰਦੇ ਸਾਨੂੰ ਮੈਡੀਕਲ ਕਾਲਜ ਬਣਾਉਣ ਦੀ ਕੋਈ ਇਤਰਾਜ਼ ਨਹੀਂ, ਇਹਦਾ ਮਤਲਬ ਬਿਲਕੁਲ ਕ੍ਰੈਡਿਟ ਦੀ ਪ੍ਰੋਬਲਮ ਹੀ ਹੈਗੀ ਹੈ। ਉਹ ਤੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਲੈ ਲਓ ਕ੍ਰੈਡਿਟ, ਲਾ ਲਓ ਆਪਦੀਆਂ ਨੇਮ ਪਲੇਟਾਂ, ਲਾ ਲਓ ਉੱਥੇ ਤੁਸੀਂ ਆਪਦੇ, ਸਾਨੂੰ ਕਿਸੇ ਨੂੰ ਕੀ ਪ੍ਰੋਬਲਮ ਹੈ ਉੱਥੇ? ਗੋਲਡੀ ਨੋਟੀਫਿਕੇਸ਼ਨ ਦੇ ਮੁਤਾਬਕ ਠੀਕ ਹੈ ਗੋਲਡੀ, ਦੇਖੋ ਮਾਲਕੀ ਹੋਗੀ ਹੈ, ਇੱਕ ਸੈਕਿੰਡ ਬੰਦਾ ਕਿਵੇਂ ਨਾਮ ਕਰ ਦੂਗਾ? ਲੋਕਾਂ ਨੂੰ ਸਮਝ ਆਵੇ ਗੱਲ ਨਾ, ਬਹੁਤ ਪੈਚੀਦਾ ਮਾਮਲਾ ਬਣ ਚੁੱਕਿਆ ਹੈ। ਗੋਲਡੀ, ਤੁਸੀਂ ਇਹ ਸਮਝਾ ਰਹੇ ਹੋ ਕਿ ਟਰਸਟ ਔਰ ਐਸਜੀਪੀਸੀ ਦੇ ਵਿਚਾਲੇ ਦਾ ਇਹ ਪੂਰਾ ਮਾਮਲਾ ਹੈ ਪ੍ਰਬੰਧਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ, ਇਹ ਗੱਲ ਕਲੀਅਰ ਹੈ। ਤੇ ਇੱਕ ਦੂਜਾ ਮਾਮਲਾ ਆ ਗਿਆ, ਉੱਥੇ ਦੀ ਜ਼ਮੀਨ ਜੋ ਸਰਕਾਰ ਨੂੰ ਦਿੱਤੀ ਗਈ ਹੈ ਉਹ ਅਲੱਗ ਇਸ਼ੂ ਹੋ ਗਿਆ। ਇਸ ਤਰੀਕੇ ਨਾਲ ਸਮਝਿਆ ਜਾਵੇ ਇਹਨੂੰ? ਜੀ ਮੈਂ ਇੱਥੇ ਇੱਕ ਗੌਰਵ ਜੀ ਦੂਜਾ ਪੁਆਇੰਟ ਇਹ ਹੈ ਕਿ ਦੇਖੋ 25 ਕਿੱਲੇ ਜ਼ਮੀਨ ਹੈ, ਹੁਣ ਉਹ ਟਰਸਟ ਨੇ ਦਿੱਤੀ ਜਾਂ ਐਸਜੀਪੀਸੀ ਨੇ ਦਿੱਤੀ, ਜਾਂ ਤਾਂ ਜ਼ਮੀਨ ਕਾਲਜ ਦੇ ਲਈ ਰਹੀ ਹੈ ਨਾ, ਕਿ ਜਦੋਂ ਕਾਲਜ ਉਸ ਦੇ ਉੱਤੇ ਬਣ ਗਿਆ ਤਾਂ ਫਿਰ ਲੋਕਾਂ ਨੂੰ ਫਾਇਦਾ ਹੋਏਗਾ। ਤਾਂ ਫਿਰ ਜਦੋਂ ਟਰਸਟ ਵਾਲਾ ਜਿਹੜਾ ਕੇਸ ਚੱਲ ਰਿਹਾ ਜੋ ਕਨਕਲੂਡ ਹੋ ਜਾਏਗਾ ਤਾਂ ਫਿਰ ਉਸ ਤੋਂ ਬਾਅਦ ਉਸ ਤਰੀਕੇ ਦਾ ਫੈਸਲਾ ਹੋ ਜਾਏਗਾ। ਗੌਰਵ ਜੀ, ਮੈਂ ਤਾਂ ਇਹ ਤੋਂ ਵੀ ਵੱਡੀ ਗੱਲ ਮੰਗ ਕੀਤੀ ਸੀ ਕਿ ਇਹਦੇ ਨਾਲ ਜਿਹੜੀਆਂ ਆਲੇ ਦੁਆਲੇ ਦੇ ਇਲਾਕੇ ਦੀਆਂ ਜਿਹੜੇ ਪਿੰਡ ਨੇ ਉਹਨਾਂ ਦੇ ਪਿੰਡਾਂ ਨੂੰ ਇਹਦੇ ਚ ਵੀ ਦਿੱਤੀ ਜਾਵੇ, ਨੌਕਰੀਆਂ ਚ ਵੀ ਤੇ ਸੀਟਾਂ ਚ ਵੀ। ਮੈਂ ਤਾਂ ਇਹ ਵੀ ਡਿਮਾਂਡ ਕੀਤੀ ਹੈ। ਬਟ ਇਹਦੇ ਨਾਲ ਇੱਥੇ ਪੁੱਛਣਾ ਚਾਹੁੰਦਾ, ਅੱਜ 16 ਕਿੱਲੇ ਦਾਨ ਦੇ ਕੇ, ਤੁਸੀਂ 16 ਕਿੱਲੇ ਦਾਨ ਦੇ ਕੇ, ਤੁਹਾਨੂੰ ਨਹੀਂ ਸ਼ਾਇਦ ਇਸ ਚੀਜ਼ ਦਾ ਗਰਗ ਸਾਹਿਬ ਨੂੰ ਪਤਾ ਹੋਣਾ ਚਾਹੀਦਾ, 70 ਕਿੱਲੇ ਜ਼ਮੀਨ ਕੱਲੀ ਉੱਥੇ ਹੈ, 110 ਕਿੱਲੇ ਹਰਿਆਣੇ ਦੇ ਬਾਰਡਰ ਤੇ ਹੈ, ਜਿਹੜੇ ਦਾ ਇਹ ਕੱਲਾ ਇਸ ਦਾ ਝਗੜਾ ਨਹੀਂ ਹੈ। ਇਹ ਜਿਹੜਾ ਸਟੇ ਹੋਈ ਹੈ 180 ਕਿੱਲਿਆਂ ਦਾ ਮਸਲਾ ਹੈ। ਅੱਜ 16 ਕਿੱਲੇ ਕਰਕੇ ਉਹ ਟਰਸਟ ਜਿਹੜਾ ਇਹਦੇ ਕਾਬਜ ਹੋਊ 180 ਕਿੱਲਿਆਂ ਤੇ। ਸ਼੍ਰੋਮਣੀ ਕਮੇਟੀ ਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ, ਕੋਈ ਮਸਲਾ। ਦੇਖੋ ਸਿੱਖ ਕੌਮ ਦਾ ਮਸਲਾ ਹੈ, ਸਿੱਖ ਕੌਮ ਦੀ ਜ਼ਮੀਨ ਹੈ, ਮਸਲਾ ਇਹ ਨਹੀਂ ਕਿ ਮੈਂ ਸਮਝ ਰਿਹਾ ਗੱਲ ਨੂੰ, ਕਮੇਟੀ ਕੋਈ ਨਹੀਂ, ਇਹ ਪੱਤਕ ਹੈ ਮਸਲਾ। ਲੋਕਾਂ ਲਈ ਸ਼੍ਰੋਮਣੀ ਕਮੇਟੀ ਹੈ, ਲੋਕਾਂ ਦੀ ਸ਼੍ਰੋਮਣੀ ਕਮੇਟੀ ਹੈ, ਕਿਸੇ ਦੇ ਘਰ ਦੀ ਜ਼ਗੀਰ ਸ਼੍ਰੋਮਣੀ ਕਮੇਟੀ ਨਹੀਂ ਹੈ। ਠੀਕ ਹੈ, ਮੈਂ ਗਰਗ ਸਾਹਿਬ ਦਾ ਰਿਐਕਸ਼ਨ ਲਾਂ। ਗਰਗ ਸਾਹਿਬ, ਤੁਹਾਨੂੰ 25 ਕਿੱਲੇ ਜਾਂ 16 ਕਿੱਲੇ ਨਜ਼ਰ ਆ ਰਹੇ ਨੇ
ਦੇਖੋ ਇਹ ਵੀ ਇੱਕ ਵੈਲਿਡ ਪੁਆਇੰਟ ਹੈ ਕਿ ਜੇਕਰ ਇੱਕ ਕੇਸ 180 ਕਿੱਲਿਆਂ ਦਾ ਚੱਲ ਰਿਹਾ ਹੈ ਤੇ ਉਹ ਟਰਸਟ ਦੇ ਵਿੱਚੋਂ 16 ਕਿੱਲੇ ਦੇ ਦਿੱਤੇ ਗਏ ਤਾਂ ਇੱਕ ਤਰੀਕੇ ਨਾਲ ਬਾਕੀ 180 ਕਿੱਲਿਆਂ ਦੇ ਉੱਤੇ ਇੰਪਲੀਮੈਂਟ ਹੋ ਜਾਏਗਾ। ਮਤਲਬ ਇਸ ਦੇ ਵਿੱਚ ਇਹ ਹੈ ਕਿ ਇੱਕ ਧਿਰ ਐਸਜੀਪੀਸੀ ਵੀ ਜੇਕਰ ਹਾਈ ਕੋਰਟ 'ਚ ਕੇਸ ਹੈ ਤਾਂ ਤੀਜੀ ਧਿਰ ਤਾਂ ਨਜ਼ਰ ਆਉਂਦੀ ਹੈ ਉੱਥੇ ਐਸਜੀਪੀਸੀ ਵੀ, ਕਿ ਉਹਨਾਂ ਨੂੰ ਵੀ ਤੁਸੀਂ ਕਿਤੇ ਨਾ ਕਿਤੇ ਗੱਲਬਾਤ ਦੇ ਜ਼ਰੀਏ ਉਹਨਾਂ ਨੂੰ ਵੀ ਵਿਚਾਲੇ ਰੱਖੋ। ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਵੀ ਵਿਚਾਲੇ ਰੱਖ ਕੇ ਟਰਸਟ ਵਾਲੇ ਹੋ ਗਏ, ਸਰਕਾਰ ਹੋਗੀ, ਉਸ ਤੋਂ ਬਾਅਦ 25 ਕਿੱਲੇ ਫਾਈਨਲ ਕਰ ਲਏ ਜਾਣ। ਦੇਖੋ ਇਹਨਾਂ ਦੀ ਜਿਹੜੀ ਹੈਗੀ ਹੈ ਨੀਅਤ, ਉਸ ਦਾ ਪਤਾ ਲੱਗਦਾ ਹੈ ਕਿ ਇਸ ਦਾ ਜਿਹੜਾ ਹੈਗਾ ਰਜਿਸਟਰੀ ਹੁੰਦੀ ਹੈ ਮਈ ਮਹੀਨੇ ਦੇ ਵਿੱਚ 2022 ਦੇ ਵਿੱਚ। ਨੀਂਹ ਪੱਥਰ ਰੱਖਿਆ ਜਾਂਦਾ ਹੈਗਾ ਅਗਸਤ ਦੇ ਵਿੱਚ। ਜਿਸ ਦਿਨ ਨੀਂਹ ਪੱਥਰ ਰੱਖਿਆ ਜਾਂਦਾ ਉਸ ਤੋਂ ਅਗਲੇ ਦਿਨ ਜਿਹੜਾ ਹੈਗਾ ਐਸਜੀਪੀਸੀ ਜਿਹੜੀ ਉਹ ਅਦਾਲਤ ਦੇ ਵਿੱਚ ਜਾਂਦੀ ਹੈ। ਤੇ ਜੇਕਰ ਇਹਨਾਂ ਨੇ ਅਦਾਲਤ ਜਾਣਾ ਹੁੰਦਾ ਉਦੋਂ ਤੱਕ ਕਿਉਂ ਨਹੀਂ ਗਏ? ਕਿਉਂਕਿ ਉਦੋਂ ਤੱਕ ਜਿਹੜੇ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਸੀ ਉਹਨਾਂ ਦਾ ਇਸ਼ਾਰਾ ਨਹੀਂ ਲਿਆ ਕਿ ਪਹਿਲੀ ਗੱਲ ਦੂਸਰੀ ਗੱਲ ਦਾ ਉਹ ਇਨਫੋਰਮੇਸ਼ਨ ਗਈ ਹੈ ਹਾਈ ਕੋਰਟ ਦੇ ਵਿੱਚ ਕਿ ਉੱਥੇ ਇੱਕ ਮਿੰਟ ਭਾਜੀ ਮੇਰੀ ਗੱਲ ਕਰ ਮਿਸਗਾਈਡ ਨਾ ਕਰੋ। ਤੁਸੀਂ ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਮੈਂ ਤਾਂ ਤੁਹਾਨੂੰ 1984 ਦੀ ਸਟੇ ਮੈਂ ਤੁਹਾਨੂੰ ਟੋਕਿਆ ਵਿੱਚੋਂ। ਸਮਾਂ ਬਹੁਤ ਪੂਰਾ ਹੈ ਸਰ ਅੱਜ ਆਪਣੇ ਕੋਲ। ਇੱਕ ਇੱਕ ਕਰਕੇ ਪਲੀਜ਼ ਗਰਗ ਸਾਹਿਬ ਕੰਪਲੀਟ ਕਰ ਲਓ। ਛੋਟਾ ਜਿਹਾ ਸਵਾਲ ਆਪਾਂ ਦੁਬਾਰਾ ਲਵਾਂਗੇ, ਮੈਂ ਤੁਹਾਡੇ ਕੋਲ ਆਉਂਗਾ ਗੋਲਡੀ ਜੀ। ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਪਹਿਲੀ ਗੱਲ ਹੈ ਉਸ ਤੋਂ ਬਾਅਦ ਇਹ ਗਈ, ਔਰ ਦੂਸਰੀ ਗੱਲ ਆਪਣੇ ਆਪ ਨੂੰ ਇੱਕ ਚੀਜ਼ਾਂ ਤੁਹਾਡੇ ਸਾਹਮਣੇ ਨਜ਼ਰ ਆਉਂਦੀਆਂ ਹੈਗੀਆਂ ਨੇ। ਮਤਲਬ ਜਾਨੀ ਕਿ ਸੁਖਦੇਵ ਸਿੰਘ ਢੀਂਡਸਾ ਦਾ ਧੜਾ ਤੇ ਬਾਦਲ ਸਾਹਿਬ ਦਾ ਧੜਾ ਆਪਣੇ ਆਪ ਨੂੰ ਅਦਰਵਾਈਜ਼ ਵਖਰੇਵੇਂ ਦਿਖਾਉਂਦੇ ਆ, ਪਰ ਜਦੋਂ ਇਹ ਮਤਲਬ ਵਿਕਾਸ ਦੇ ਕੰਮ ਨੂੰ ਰੋਕਣਾ ਹੁੰਦਾ ਉਦੋਂ ਇਕੱਠੇ ਨਜ਼ਰ ਆਉਂਦੇ। ਨੰਬਰ 1, ਜੇਕਰ ਐਸਜੀਪੀਸੀ ਚਾਹੁੰਦੀ ਹੈ ਇੱਥੇ ਮੈਡੀਕਲ ਕਾਲਜ ਬਣ ਜਾਵੇ, ਉਸ ਅਦਾਲਤ ਦੇ ਵਿੱਚ ਉਹ ਜਾਨੀ ਕਿ ਉਸ ਤੇ ਸਟੇ ਲੈਂਦੀ ਹੈ, ਠੀਕ ਹੈ ਨਾ, ਤੇ ਨੈਚੁਰਲੀ ਐਸਜੀਪੀਸੀ ਦੇ ਦੇਵੇ 16 ਕਿੱਲੇ ਜਿਹੜੇ ਕਹਿੰਦੀ ਉਹ ਕਹਿ ਦੇਵੇ ਅਦਾਲਤ ਦੇ ਵਿੱਚ। ਜੇ ਪਹਿਲੀ ਗੱਲ ਤਾਂ ਇਹਨਾਂ ਦੀ ਜ਼ਮੀਨ ਹੀ ਹੈ ਨਹੀਂ। ਉਹ ਜਦੋਂ ਰਜਿਸਟਰੀ ਹੋਈ ਹੈ, ਗਿੱਠਾ ਸਾਹਿਬ ਦੀ ਰਜਿਸਟਰੀ ਹੈਗੀ ਹੈ, ਉਹਨਾਂ ਨੇ ਸਰਕਾਰ ਨੂੰ ਦਿੱਤੀ ਹੈ, ਐਸਜੀਪੀਸੀ ਤਾਂ ਲੈਣਾ ਦੇਣਾ ਹੈ ਹੀ ਨਹੀਂ ਉਹਦੇ ਨਾਲ। ਠੀਕ ਹੈ ਗੋਲਡੀ ਜੀ, ਤੁਸੀਂ ਵੀ ਚਾਹੁੰਦੇ ਹੋ ਕਾਲਜ ਬਣੇ, ਲੋਕ ਵੀ ਚਾਹੁੰਦੇ ਨੇ ਕਾਲਜ ਬਣੇ, ਸਰਕਾਰ ਕਹਿ ਰਹੀ ਹੈ ਅਸੀਂ ਕਾਲਜ ਬਣਾਵਾਂਗੇ। ਹੁਣ ਹੱਲ ਕਿਵੇਂ ਨਿਕਲੇਗਾ ਕਿ ਜਿਹੜਾ ਹਾਈ ਕੋਰਟ 'ਚ ਜਾ ਕੇ ਸਟੇਟਸ ਕੋ ਵਾਲੀ ਸਟੇ ਮਿਲੀ ਹੋਈ ਹੈ ਉਹ ਕਿਵੇਂ ਖਤਮ ਹੋਏਗੀ? ਹੁਣ ਲੋਕ ਇਹੀ ਜਾਨਣਾ ਚਾਹੁੰਦੇ ਨੇ ਕਿ ਐਸਜੀਪੀਸੀ ਅੱਗੇ ਚਾਹੁੰਦੀ ਕੀ ਹੈ। ਬਿਲਕੁਲ ਗਰਗ ਸਾਹਿਬ ਨੂੰ ਇਹ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਤਾਂ ਕਿਸੇ ਨੂੰ ਮਿਲਦੇ ਨਹੀਂ। ਅਸੀਂ ਬਕਾਇਦਾ ਮੰਗ ਪੱਤਰ ਦੇ ਕੇ ਡੀਸੀ ਸਾਹਿਬ ਦੇ ਥਰੂ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖ ਚੁੱਕੇ। ਸਿਰਫ ਇਹ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਲਿਖਤੀ ਚਿੱਠੀ ਲਿਖਣ ਕਿ ਅਸੀਂ ਇਸ ਜਗ੍ਹਾ ਤੇ ਬਣਾਉਣੇ ਚਾਹੁੰਦੇ ਹਾਂ। ਤੁਸੀਂ ਕਹਿੰਦੇ ਹੋ ਫਿਰ ਇਹ ਮਿਸਗਾਈਡ ਕਰਦੇ ਨੇ ਕਿ ਅੰਗੀਠਾ ਗੁਰਦੁਆਰਾ ਅੰਗੀਠਾ ਸਾਹਿਬ ਤੇ ਮੈਂ ਦੱਸਣਾ ਚਾਹੁੰਦਾ ਪੂਰੀ ਦੁਨੀਆ 'ਚ ਸ਼੍ਰੋਮਣੀ ਕਮੇਟੀ ਦੇ ਨਾਂ ਜ਼ਮੀਨ ਨਹੀਂ ਹੁੰਦੀ ਜੀ। ਜੋ ਗੁਰਦੁਆਰਾ ਸਾਹਿਬ ਹੁੰਦਾ ਉਹਦੇ ਨਾਂ ਤੇ ਜ਼ਮੀਨ ਹੁੰਦੀ ਹੈ। ਅੱਜ ਗੁਰਦੁਆਰਾ ਤੁਸੀਂ ਸੰਗਰੂਰ ਰਹੇ ਹੋ, ਗੁਰਦੁਆਰਾ ਨਾਨਕਾਣਾ ਸਾਹਿਬ ਦੀ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਨਾਂ ਥੋੜਾ, ਉਹਦਾ ਗੁਰਦੁਆਰਾ ਨਾਨਕਾਣਾ ਸਾਹਿਬ ਦਾ ਪ੍ਰਬੰਧ ਸਿੱਧਾ ਐਸਜੀਪੀਸੀ ਦੇ ਅੰਡਰ ਹੋਣਗੇ ਨਾ। ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦਾ ਐਸਜੀਪੀਸੀ ਦੇ ਸਿੱਧਾ ਅੰਡਰ ਹੈ। ਵੀ ਹੈ ਨਹੀਂ ਉੱਥੇ ਰੌਲਾ ਫਿਰ ਅੰਗੀਠਾ ਸਾਹਿਬ ਦੇ ਪ੍ਰਬੰਧ ਤੁਹਾਡੇ ਕੋਲ ਨਹੀਂ ਹੈਗੇ। ਤੁਸੀਂ ਕਹਿ ਰਹੇ ਹੋ ਅਦਾਲਤ 'ਚ ਕੇਸ ਹੈ, ਪਰ ਗੱਲ ਤਾਂ ਨਿਬੇੜਨੀ ਹੋਏਗੀ ਨਾ ਕਿਸੇ ਪੁਆਇੰਟ ਦੇ ਉੱਤੇ ਜਾ ਕੇ ਗੋਲਡੀ ਜੀ। ਨਹੀਂ ਮੈਂ ਫਿਰ ਅੱਜ ਪੁਆਇੰਟ ਇੱਕੋ ਨਿਬੜਦਾ ਹੈ ਕਿ ਜਿਆਦਾ ਜਿਹੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਆਪਣੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਭਗਵੰਤ ਮਾਨ ਸਾਹਿਬ ਨੂੰ ਕਿ ਭਗਵੰਤ ਮਾਨ ਸਾਹਿਬ ਸ਼੍ਰੋਮਣੀ ਕਮੇਟੀ ਤੋਂ ਵੱਡੇ ਹੋ ਗਏ, ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ, ਨੁਮਾਇੰਦਾ ਸੰਸਥਾ ਉਹਦੇ ਸਿੱਖ ਹੀ ਆਉਂਦੇ ਨੇ, ਸਿੱਖਾਂ ਦੀ ਸੰਸਥਾ ਹੈ। ਅੱਜ ਤੁਹਾਨੂੰ ਚਲੋ ਕਿਸੇ ਨਾਲ ਤਕਲੀਫ ਹੈ, 1925 ਤੋਂ 1920 ਤੋਂ ਸ਼੍ਰੋਮਣੀ ਕਮੇਟੀ ਚੱਲੀ ਆਉਂਦੀ ਹੈ ਜੀ। ਕੀ ਗੱਲ ਉਹ ਸ਼੍ਰੋਮਣੀ ਕਮੇਟੀ ਨੁਮਾਇੰਦਾ ਜਮਾਤ ਹੈ ਕਿ ਉਹਦੇ ਨਾਲ ਗੱਲ ਪੁਆਇੰਟ ਹੈ ਕਿ ਐਸਜੀਪੀਸੀ ਨਾਲ ਆ ਕੇ ਗੱਲ ਕਰ ਲਓ। ਜੇ ਸਰਕਾਰ ਦੇ ਨੁਮਾਇੰਦੇ ਐਸਜੀਪੀਸੀ ਨਾਲ ਗੱਲ ਕਰਦੇ ਨੇ ਤਾਂ ਫਿਰ ਗੱਲ ਫਾਈਨਲ ਹੋ ਜਾਏਗੀ। ਉਸ ਗੱਲ ਤੇ ਠੀਕ ਹੈ ਗਰਗ ਸਾਹਿਬ, ਫਾਈਨਲ ਕਮੈਂਟ ਤੁਹਾਡਾ। ਪੁਆਇੰਟ ਇੱਥੇ ਹੀ ਅੜਿਆ ਹੋਇਆ ਹੈ। ਕਾਲਜ ਬਣਾਉਣ ਨੂੰ ਤਿਆਰ ਨੇ, ਤੁਸੀਂ ਵੀ ਤਿਆਰ ਹੋ, ਐਸਜੀਪੀਸੀ ਵੀ ਤਿਆਰ ਹੈ, ਬਸ ਉਹ ਕਮਿਊਨੀਕੇਸ਼ਨ ਗੈਪ ਹੈ ਕਿ ਆਓ ਗੱਲਬਾਤ ਕਰੋ, ਗੱਲ ਸਿਰੇ ਚੜਾਈਏ। ਹੁਣ ਗੱਲ ਹੋਏਗੀ ਕਿ ਨਹੀਂ ਹੋਏਗੀ? ਸਰ ਇਸ ਦਾ ਗਰਗ ਜੀ ਪਹਿਲੀ ਗੱਲ ਤਾਂ ਹੈਗੀ ਹੈ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਇਦਾਂ ਦਾ ਨਹੀਂ ਹੈਗਾ ਜਿਸ ਤਰ੍ਹਾਂ ਜਾਨੀ ਕਿ ਗੋਲਡੀ ਭਾਈ ਸਾਹਿਬ ਜਾਨੀ ਕਿ ਇਹਨਾਂ ਮੇਰੇ ਵੀਰ ਨੇ ਉਹ ਪ੍ਰੈਜ਼ੈਂਟ ਕਰ ਰਹੇ ਨੇ। ਜਦੋਂ ਉੱਥੇ ਇਹਨਾਂ ਦਾ ਪ੍ਰਬੰਧ ਹੈ ਨਹੀਂ, ਨਾ ਐਸਜੀਪੀਸੀ ਦਾ ਪ੍ਰਬੰਧ ਹੈ, ਨਾ ਉੱਥੇ ਐਸਜੀਪੀਸੀ ਦਾ ਕੋਈ ਲੈਣਾ ਦੇਣਾ ਹੈਗਾ। ਤੇ ਉੱਥੋਂ ਦੇ ਪਿੰਡਾਂ ਦੇ ਆਲੇ ਦੁਆਲੇ ਦੇ ਲੋਕ ਇਸ ਚੀਜ਼ ਨੂੰ ਸਾਰਾ ਜਾਣਦੇ ਹੈਗੇ ਆ। ਉਹ ਐਸਜੀਪੀਸੀ ਨੂੰ ਵੀ ਪਤਾ, ਅਕਾਲੀ ਦਲ ਦੇ ਲੀਡਰਾਂ ਨੂੰ ਵੀ ਪਤਾ ਹੈਗਾ। ਇਹ ਤਾਂ ਜਾਣ ਬੁੱਝ ਕੇ ਉਸ ਦੇ ਵਿੱਚ ਆਪ ਨੂੰ ਇੱਕ ਧਿਰ ਬਣਾ ਰਹੇ ਨੇ। ਮਤਲਬ ਇਹਨਾਂ ਦੀਆਂ ਗੱਲਾਂ ਤੋਂ ਜੇ ਆਪਾਂ ਗੱਲ ਨਿਕਲਦੀ ਹੈ ਕਿ ਜਿਹੜਾ ਕਿਤੇ 180 ਕਿੱਲਿਆਂ ਜਿਹੜੀ ਇਹ ਗੱਲ ਕਰ ਰਹੇ ਹੈਗੇ ਆ ਵੀ ਇਹਨਾਂ ਦਾ ਮਤਲਬ ਇਹ ਹੈਗਾ ਵੀ ਜੇ ਐਸਜੀਪੀਸੀ ਤੋਂ ਜ਼ਮੀਨ ਲਈ ਜਾਵੇ ਤਾਂ ਉਹਨਾਂ ਦੇ ਉੱਤੇ ਇਹ ਗੱਲ ਉਹ ਵੀ ਕਹਿ ਸਕਦੇ ਹੈਗੇ ਆ। ਜਦ ਕਿ ਅਸਲੀਅਤ ਇਹ ਹੈਗੀ ਹੈ ਉਸ ਆਲੇ ਦੁਆਲੇ ਦੇ ਇਲਾਕੇ ਚੋਂ ਸਰਵੇ ਕੀਤਾ ਜਾ ਸਕਦਾ ਹੈ। ਜੇ ਲੋਕਾਂ ਨੂੰ ਇਸ ਚੀਜ਼ ਦਾ ਯਾਨੀ ਕਿ ਇਲਮ ਨਹੀਂ ਤਾਂ ਧਰਨਾ ਲਾ ਕੇ ਕਿਉਂ ਬੈਠੇ ਹੋਏ ਆ? ਉਹ ਲੋਕੀ ਧਰਨਾ ਇਸੇ ਕਰਕੇ ਲਾ ਕੇ ਬੈਠੇ ਹੋਏ ਆ। ਉੱਥੇ ਐਸਜੀਪੀਸੀ ਦਾ ਇਸ ਜ਼ਮੀਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਹਾਂ ਫਿਰ ਵੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ, ਜਿੱਦਾਂ ਅੱਜ ਮਾਨ ਸਾਹਿਬ ਨੇ ਯਾਨੀ ਕਿ ਉੱਥੇ ਵੀ ਐਲਾਨ ਕੀਤਾ ਹੈਗਾ, ਠੀਕ ਹੈ ਨਾ, ਇਹ ਕਾਲਜ ਤੇ ਬਣ ਕੇ ਰਹੇਗਾ। ਅਕਾਲੀ ਦਲ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕਿਤੇ ਹੋਰ ਥਾਂ ਤੇ ਬਣਾ ਲਵਾਂਗੇ, ਪਰ ਬਣਾਵਾਂਗੇ ਸੰਗਰੂਰ ਦੇ ਏਰੀਆ ਦੇ ਵਿੱਚ ਹੀ। ਸੰਗਰੂਰ ਤੋਂ ਕਾਲਜ ਨਹੀਂ ਹਿੱਲਣ ਦਿੰਦੇ। ਸਾਡਾ ਵਾਅਦਾ ਜ਼ਮੀਨ ਦਾ ਇਰਾਦਾ ਕਾਲਜ ਦਾ ਤਾਂ ਨਹੀਂ। ਠੀਕ ਹੈ ਗਰਗ ਸਾਹਿਬ ਸ਼ੁਕਰੀਆ, ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਰਹੇ ਹਾਂ।
ਮੇਰੇ ਕੋਲ ਅੱਜ ਸਮਾਂ ਬਹੁਤ ਪੂਰਾ ਸੀ। ਸ਼ੁਕਰੀਆ ਗੋਲਡੀ ਜੀ, ਧੰਨਵਾਦ। ਮੈਂ ਵਿਚਾਲੇ ਤੁਹਾਨੂੰ ਵੀ ਰੋਕ ਰਿਹਾ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ।